ਤੇ ਜੇਕਰ ਉਹ ਹੁਣ ਤੱਕ ਦੋਸਤ ਰਹੇ ਨੇ, ਅੱਜ ਜੇ ਉਹ ਕਿਸੇ ਪ੍ਰੈਸ਼ਰ ਦੇ ਥੱਲੇ ਥੋੜ੍ਹਾ ਬਹੁਤਾ ਡਿਵੀਏਟ ਕਰ ਰਹੇ ਆ ਤੇ ਹੋ ਸਕਦਾ ਆਉਣ ਵਾਲੇ 2-4 ਦਿਨਾਂ ਦੇ ਵਿੱਚ ਆਪਣੇ ਕਦਮ ਪਿੱਛੇ ਲੈਣ। ਜੇਕਰ ਅਸੀਂ ਉਹਨਾਂ ਸੰਬੰਧਾਂ ਨੂੰ ਠੀਕ ਰੱਖ ਸਕਦੇ ਹਾਂ ਤੇ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਸਾਡੀ ਬਹੁਤ ਵੱਡੀ ਪਾਪੂਲੇਸ਼ਨ ਉੱਥੇ ਰਹਿ ਰਹੀ ਹੈ ਜਿਹਦੇ ਲਿੰਕ ਪੰਜਾਬ ਨਾਲ ਹੈਗੇ। ਪ੍ਰਾਈਮ ਮਿਨਿਸਟਰ ਆਫ ਕੈਨੇਡਾ ਤੋਂ ਉਹ ਥੋੜ੍ਹੀ ਦੇਰ ਪਹਿਲਾਂ ਹੀ G20 ਦੇ ਵਿੱਚ ਦਿੱਲੀ ਆ ਕੇ ਗਏ ਆ। ਜੇ ਕੋਈ ਇਸ ਤਰ੍ਹਾਂ ਦੇ ਡਿਫਰੈਂਸਿਸ ਹੋਣ ਜਾਂ ਕੋਈ ਇਹੋ ਜਿਹੀ ਚੀਜ਼ ਹੋਏ, ਉਹੋ ਜਿਹੇ ਟਾਈਮ ਦੇ ਉੱਤੇ ਇੱਕ ਡਿਪਲੋਮੈਟਿਕ ਤਰੀਕੇ ਨਾਲ ਰੱਖੀ ਜਾਂਦੀ ਹੈ, ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ। ਪ੍ਰੋਬਲਮ ਇੰਡੀਆ ਲਈ ਹੈ ਕਿ ਉੱਥੇ ਬੇਸ ਬਣਾ ਕੇ ਕਈ ਲੋਕ ਜਿਹੜੇ ਨੇ ਉੱਥੋਂ ਦੇ ਉਹ ਇੰਡੀਆ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੋ ਡਿਪਲੋਮੈਟ ਦਾ ਜ਼ਿਕਰ ਕੀਤਾ ਪਵਨ ਕੁਮਾਰ ਰਾਏ 1997 ਬੈਚ ਦੇ ਉਹ IPS ਆਫੀਸਰ ਨੇ, ਤਾਂ ਕਿਸ ਤਰੀਕੇ ਦੀ ਉਹਨਾਂ ਦੀ ਵਰਕਿੰਗ ਇੱਥੇ ਪੰਜਾਬ ਦੇ ਵਿੱਚ ਸੀ, ਪੰਜਾਬ ਕੈਡਰ ਤੇ ਸੀ, ਤੁਹਾਡੇ ਨਾਲ ਤੁਹਾਡੇ ਅੰਡਰ ਤੁਹਾਡੇ ਨਾਲ ਕੰਮ ਕੀਤਾ ਉਹਨਾਂ ਨੇ? ਮੇਰਾ ਐਸੋਸੀਏਟ ਆਫ ਬਾਇੰਗ ਮੇਰੇ ਨਾਲ ਉਹਨਾਂ ਨੇ ਕੰਮ ਕੀਤਾ। ਉਹ ਇੱਕ ਬੜਾ ਅਪਰਾਈਟ ਆਫੀਸਰ ਹੈ ਐਂਡ ਔਰ ਉਹਦੇ 'ਚ ਮੈਨੂੰ ਕੋਈ ਵੀ ਸ਼ੱਕ ਨਹੀਂ ਹੈ ਕਿ ਉਹ ਕਿਸੇ ਵੀ ਗਲਤ ਚੀਜ਼ ਦੇ ਵਿੱਚ ਇਸ ਤਰ੍ਹਾਂ ਹਿੱਸੇਦਾਰ ਨਹੀਂ ਬਣਦਾ। ਉਹ ਇੱਕ ਬੜਾ ਸਟ੍ਰੇਟ ਫਾਰਵਰਡ ਜਿਹਾ ਆਫੀਸਰ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਐਕਿਊਜ਼ੇਸ਼ਨ ਲਾਉਣਾ ਹੈ ਖਾਸ ਤੌਰ ਤੇ ਇੱਕ ਪ੍ਰਧਾਨ ਮੰਤਰੀ ਲਈ ਪਾਰਲੀਮੈਂਟ ਦੇ ਵਿੱਚ, ਇਟ ਇਜ਼ ਨਾਟ ਕਰੈਕਟ। ਸਟੇਟਮੈਂਟ ਦਾ ਇਸ ਪੂਰੇ ਜੋ ਇਹ ਸਿਨੈਰੀਓ ਚੱਲ ਰਿਹਾ ਹੈ, ਇਸ ਦਾ ਅਸਰ ਤੁਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹੋ? ਸਿੱਖਾਂ ਦੇ ਉੱਤੇ ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਕਈ ਵਾਰੀ ਬੰਦਾ ਬੋਲਦਿਆਂ ਹੋਇਆ ਕੋਈ ਲਫ਼ਜ਼ ਘੱਟ ਵੱਧ ਕਹਿ ਜਾਂਦਾ ਹੈ। ਆਈ ਫੀਲ ਜੇ ਜਸਟਿਨ ਪ੍ਰਾਈਮ ਮਿਨਿਸਟਰ ਨੇ ਕੋਈ ਗਲਤ ਸਟੇਟਮੈਂਟ ਦੇ ਦਿੱਤੀ ਹੈ, ਲੈਟ ਅਸ ਵਾਚ। ਉਹਦਾ ਵੀ ਇਹ ਬਿਆਨ ਵੀ ਆਇਆ ਕਿ ਟ੍ਰੇਡ ਤਾਂ ਅਸੀਂ ਚਾਹੁੰਦੇ ਹਾਂ ਕਿ ਚੱਲਦਾ ਰਹੇ। ਦੇਖੋ, ਟ੍ਰੇਡ ਚੱਲਦਾ ਰਹੇ ਪਰ ਇੱਕ ਦੂਜੇ ਦੇ ਵੱਲ ਉਂਗਲ ਅਸੀਂ ਚੁੱਕੀ ਜਾਈਏ ਉਹ ਵੀ ਠੀਕ ਨਹੀਂ। ਇੱਕ ਪਾਸੇ ਅਸੀਂ ਇੱਕ ਦੂਜੇ ਦੇ ਉੱਤੇ ਉਂਗਲਾਂ ਚੁੱਕੀ ਜਾਈਏ ਔਰ ਦੂਜੇ ਪਾਸੇ ਟ੍ਰੇਡ ਨੂੰ ਠੀਕ ਕਰਨ ਦੀਆਂ ਗੱਲਾਂ ਕਰੀਏ, ਉਹ ਵੀ ਆਪਸ ਦੇ ਵਿੱਚ ਠੀਕ ਨਹੀਂ ਲੱਗਦੀਆਂ। ਬਹੁਤੇ ਲੋਕ ਇਹ ਵੀ ਚਰਚਾ ਕਰਦੇ ਨੇ ਕਿ ਇਹ ਡੀਪ ਸਟੇਟਸ ਦੀਆਂ ਚਾਲਾਂ ਹੁੰਦੀਆਂ ਨੇ, ਇਸ ਦੇ ਵਿੱਚ ਜੀਓ ਪੋਲਿਟਿਕਸ ਇਨਵੋਲਵ ਹੈ। ਤੁਹਾਨੂੰ ਲੱਗਦਾ ਹੈ ਕਿ ਜੀਓ ਪੋਲਿਟਿਕਸ ਡੀਪ ਸਟੇਟਸ ਦਾ ਮੈਟਰ ਹੈ? ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜੋ ਕੈਨੇਡਾ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੁੰਦਾ ਹੈ, ਉਸ ਦੇ ਵਿੱਚ ਇੰਡੀਅਨ ਏਜੰਸੀਜ਼ ਦਾ ਹੱਥ ਹੈ, ਜਿਸ ਤੋਂ ਬਾਅਦ ਸਿਆਸਤ ਇੱਕੋ ਦਮ ਗਰਮਾ ਜਾਂਦੀ ਹੈ। ਇੰਡੀਆ ਇਸ ਇਲਜ਼ਾਮ ਨੂੰ ਨਕਾਰਦਾ ਹੈ ਔਰ ਕਹਿੰਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਔਰ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੋਈ ਨਜ਼ਰ ਆ ਰਹੀ ਹੈ। ਟਰੈਵਲ ਐਡਵਾਈਜ਼ਰੀ ਤੱਕ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ। ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਇਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਫਾਰਮਰ ਪੰਜਾਬ ਔਰ ਮਹਾਰਾਸ਼ਟਰ ਦੇ DGP SS ਵਿਰਕ ਮੌਜੂਦ ਨੇ। ਗੱਲਬਾਤ ਕਰਦੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦਾ ਇੰਪੈਕਟ ਜਿੱਥੇ ਦੇਸ਼ ਦੇ ਉੱਤੇ ਪੈ ਰਿਹਾ ਸਟੇਟਮੈਂਟਸ ਦਾ, ਔਰ ਉੱਥੇ ਹੀ ਪੰਜਾਬ ਨੂੰ ਇਸ ਸਟੇਟਮੈਂਟ ਦੇ ਨਾਲ ਕਿਵੇਂ ਦੇਖਿਆ ਜਾਵੇ, ਕਿਸ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਇਸ ਦਾ ਅਸਰ ਪੈਂਦਾ ਹੋਇਆ ਨਜ਼ਰ ਆਊਗਾ। ਸਾਡੇ ਨਾਲ SS ਵਿਰਕ ਮੌਜੂਦ ਨੇ। ਸਰ, ਬਹੁਤ ਬਹੁਤ ਸਵਾਗਤ ਹੈ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਦੇਖੋ, ਇਸ ਤਰ੍ਹਾਂ ਹੈ, ਜੋ ਤੁਸੀਂ ਆਪਣੇ ਗੱਲ ਮੈਂਸ਼ਨ ਕੀਤੀ ਇਹਦੇ ਅੰਦਰ ਪਹਿਲੀ ਚੀਜ਼ ਤਾਂ ਸਾਨੂੰ ਇਹ ਦੇਖਣੀ ਚਾਹੀਦੀ ਕਿ ਅੱਜ ਦੀ ਕੈਨੇਡਾ ਦੀ ਜਿਹੜੀ ਰਾਜਨੀਤਿਕ ਸਿਚੁਏਸ਼ਨ ਹੈ, ਹਾਲਾਤ ਨੇ ਉੱਥੋਂ ਦੇ, ਉਹ ਕੀ ਨੇ। ਕੋਈ ਕਿਤੇ ਇਹੋ ਜਿਹੀ ਗੱਲ ਤਾਂ ਨਹੀਂ ਵੀ ਪ੍ਰਧਾਨ ਮੰਤਰੀ ਟਰੂਡੋ ਨੂੰ ਮੈਜੋਰਿਟੀ ਨਾ ਹੋਣ ਕਰਕੇ ਕੋਈ ਇਹੋ ਜਿਹੀਆਂ ਐਲੀਮੈਂਟਸ ਜਿਹੜੀਆਂ ਖਾਲਿਸਤਾਨੀ ਬੈਕਗਰਾਊਂਡ ਦੀਆਂ ਹੋਣ, ਉਹਨਾਂ 'ਤੇ ਡਿਪੈਂਡ ਕਰਨਾ ਪੈ ਰਿਹਾ। ਜੇਕਰ ਤੁਸੀਂ ਉਹਦੇ 'ਚ ਵੈਰੀਫਾਈ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਕੋਲ ਮੈਜੋਰਿਟੀ ਹੈ ਨਹੀਂ। ਉਹਨਾਂ ਨੂੰ ਇੱਕ ਇਹੋ ਜਿਹੇ ਪਾਰਟੀ ਦੇ ਉੱਤੇ ਡਿਪੈਂਡ ਕਰਨਾ ਪੈ ਰਿਹਾ ਜਿਹਦੇ ਨਾਲ ਲਿੰਕ ਥੋੜ੍ਹੇ ਜਿਹੇ ਖਾਲਿਸਤਾਨੀ ਐਲੀਮੈਂਟਸ ਦੇ ਨਾਲ ਹੈਗੇ ਆ। ਅਤੇ ਇਹ ਹੋ ਸਕਦਾ ਮਿਸਟਰ ਟਰੂਡੋ ਉਹ ਜਨਰਲੀ ਇੱਕ ਮੋਡਰੇਟ ਲੀਡਰ ਦੇ ਰੂਪ ਵਿੱਚ ਜਾਣੇ ਜਾਂਦੇ ਆ। ਅੱਜ ਤੱਕ ਉਹਨਾਂ ਨੇ ਇਹ ਨਹੀਂ ਵੀ ਕੈਨੇਡਾ 'ਚ ਕਦੇ ਹਿੰਸਾ ਨਹੀਂ ਹੋਈ, ਵਾਇਲੈਂਸ ਨਹੀਂ ਹੋਇਆ। ਇਹੋ ਜਿਹੀਆਂ ਐਲੀਮੈਂਟਸ ਵੱਲੋਂ ਉੱਥੇ ਵਾਇਲੈਂਸ ਬੜਾ ਪੁਰਾਣਾ ਹੁੰਦਾ ਰਿਹਾ। ਮੈਂ ਤੁਹਾਨੂੰ ਉਹ ਸਾਰਾ ਵਿਸ਼ਲੇਸ਼ਣ ਕਰਕੇ ਦੱਸਾਂਗਾ। ਪਰ ਕਦੇ ਵੀ ਕਿਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਨਹੀਂ ਦਿੱਤੀ। ਅਤੇ ਮੈਨੂੰ ਇਹ ਲੱਗ ਰਿਹਾ ਵੀ ਹੁਣ ਵੀ ਜੇ ਦਿੱਤੀ ਗਈ ਹੈ ਉਹਦੇ ਕੋਈ ਕੰਪੈਲਿੰਗ ਰੀਜ਼ਨਸ ਹੋਣਗੇ।
ਉਹ ਕੋਈ ਮਜਬੂਰੀ ਹੋਏਗੀ ਜਿਹਦੇ ਵਿੱਚ ਕਿਸੇ ਪ੍ਰੈਸ਼ਰ ਦੇ ਥੱਲੇ ਮੈਜੋਰਿਟੀ ਨਾ ਹੁੰਦਿਆਂ ਹੋਇਆ ਜਸਟਿਨ ਟਰੂਡੋ ਨੂੰ ਇਹ ਕਹਿਣਾ ਪਿਆ ਹੈ। ਕੀ ਲੱਗਦਾ ਤੁਹਾਨੂੰ ਇਹ ਮਜਬੂਰੀ ਕੀ ਹੋ ਸਕਦੀ ਹੈ ਔਰ ਉਹ ਕੰਪੈਲਿੰਗ ਰੀਜ਼ਨ ਜੇ ਆਪਾਂ ਪੋਲੀਟੀਕਲ ਤੌਰ ਦੇ ਉੱਤੇ ਦੇਖੀਏ ਤਾਂ ਲੱਗਦਾ ਹੈ ਕਿ ਕਿਉਂਕਿ ਕੈਨੇਡਾ ਦੇ ਵਿੱਚ ਡਾਈਵਰਸਿਟੀ ਬਹੁਤ ਜ਼ਿਆਦਾ ਹੈਗੀ ਹੈ, ਇਕੱਲੇ ਐ ਤਾਂ ਨਹੀਂ ਕਿ ਸਿੱਖ ਪੋਪੂਲੇਸ਼ਨ ਹੈ, ਉੱਥੇ ਹਿੰਦੂ ਵੀ ਹੈ, ਗੁਜਰਾਤੀਜ਼ ਵੀ ਨੇ, ਤਾਂ ਇੱਕ ਤਬਕੇ ਨੂੰ ਖੁਸ਼ ਕਰਨ ਦੇ ਲਈ ਜਸਟਿਨ ਟਰੂਡੋ ਦੇ ਵੱਲੋਂ ਇਹ ਸਟੇਟਮੈਂਟ ਦੇ ਦਿੱਤੀ ਗਈ ਹੋਵੇ। ਦੇਖੋ ਉੱਥੇ ਜਿਹੜੀ ਇਸ ਵੇਲੇ ਉਹ ਕਿਹਦੇ ਉੱਤੇ ਡਿਪੈਂਡ ਕਰ ਰਹੇ ਆ, ਜਿਹੜੀ ਪਾਰਟੀ ਤੋਂ ਮਦਦ ਲੈ ਕੇ ਉਹ ਕੰਮ ਕਰ ਰਹੇ ਆ। ਐਨਡੀਪੀ ਦਾ ਜ਼ਿਕਰ ਕਰ ਰਹੇ ਹੋ ਜਗਮੀਤ ਸਿੰਘ। ਤੁਸੀਂ ਲਿਬਰਲ ਪਾਰਟੀ ਦੇ ਵਿੱਚ ਉਹਨਾਂ ਦੀ ਸਟੈਂਡਿੰਗ ਸ਼ਾਇਦ 338 ਦੇ ਵਿੱਚੋਂ 160 ਤੇ ਹੈ, ਉਹਨਾਂ ਕੋਲ ਸ਼ਾਇਦ ਪੂਰੀ ਕੰਪਲੀਟ ਮੈਜੋਰਿਟੀ ਵੀ ਹੈ ਨਹੀਂ, ਤੇ ਉਹਨਾਂ ਨੂੰ ਉਹੋ ਜਿਹੇ ਅਨਸਰਾਂ ਦੇ ਉੱਤੇ ਡਿਪੈਂਡ ਕਰਨਾ ਪੈ ਰਿਹਾ। ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਕਿਸੇ ਪ੍ਰੈਸ਼ਰ ਦੇ ਥੱਲੇ ਉਹਨਾਂ ਨੇ ਦਿੱਤੀ ਹੈ, ਔਰ ਉਹ ਵਕਤ ਦੇ ਨਾਲ ਬਦਲੇਗੀ, ਹਾਲਾਤ ਬਦਲਣਗੇ। ਮੇ ਬੀ ਆਫਟਰ ਸਮ ਟਾਈਮ ਹੀ ਵਿਲ ਕਮ ਟੂ ਨਾਰਮਲ ਟਰਮਸ। ਜੇ ਸਮੇਂ ਦੇ ਨਾਲ ਇਹ ਸਟੇਟਮੈਂਟ ਬਦਲੇਗੀ, ਹਾਲਾਤ ਬਦਲਣਗੇ, ਪਰ ਜਿਹੜੀ ਇਹ ਸਟੇਟਮੈਂਟ ਪਾਰਲੀਮੈਂਟ ਦੇ ਵਿੱਚ ਦੇਣੀ, ਜਿੱਥੇ ਕਿ ਤੈਅ ਉਮਰ ਤੱਕ ਇਹ ਪ੍ਰੂਫ ਰਹਿ ਜਾਣਾ ਔਰ ਇਹ ਹਮੇਸ਼ਾ ਸਟੈਂਡ ਕਰੇਗੀ ਸਟੇਟਮੈਂਟ ਕਿ ਇੱਕ ਪ੍ਰਾਈਮ ਮਿਨਿਸਟਰ ਦੇ ਵੱਲੋਂ ਇੱਦਾਂ ਇਲਜ਼ਾਮ ਲਾਏ ਗਏ ਸੀਗੇ, ਤਾਂ ਲੱਗਦਾ ਕਿ ਇੰਨੀ ਈਜ਼ੀ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਚੀਜ਼ ਨੂੰ ਚੁਣਿਆ ਗਿਆ। ਦੇਖੋ ਜਿਹੜਾ ਦੈਟ ਇਜ਼ ਵਾਟ ਪ੍ਰੈਸ਼ਰ ਇਜ਼ ਅਬਾਊਟ। ਤੁਸੀਂ ਜੇਕਰ ਇਹ ਹੋਵੇ ਕਿ ਮੇਰੀ ਕੁਰਸੀ ਕਾਇਮ ਰਹੇਗੀ ਜਾਂ ਨਹੀਂ, ਤੇ ਕਈ ਵਾਰੀ ਪੋਲੀਟਿਕਸ ਦੇ ਅੰਦਰ ਇਹੋ ਜਿਹੇ ਡਿਸੀਜਨ ਲਏ ਜਾਂਦੇ ਨੇ ਜਿਹੜੇ ਟੈਕਟੀਕਲ ਵਿਡਰੋਲ ਨਾਲ ਬਾਅਦ ਦੇ ਵਿੱਚ ਰਿਕਵਰ ਕਰ ਲਏ ਜਾਂਦੇ ਆ। ਤੇ ਮੇਰਾ ਆਪਣਾ ਖਿਆਲ ਹੈ ਕਿ ਇਹਦੇ 'ਚ ਯੂ ਟਰਨ ਲੱਗੇਗਾ ਕਿਤੇ ਨਾ ਕਿਤੇ। ਔਰ ਦੂਸਰਾ ਪਾਸਾ, ਇੱਕ ਤਾਂ ਮੈਜੋਰਿਟੀ ਔਰ ਅੱਜ ਦੀ ਉੱਥੇ ਦੀ ਪੋਲੀਟੀਕਲ ਸਿਚੁਏਸ਼ਨ ਕੀ ਹੈ, ਇਹਨਾਂ ਕੋਲ ਮੈਜੋਰਿਟੀ ਹੈ ਨਹੀਂ ਐਂਡ ਹੀ ਸਸੈਪਟੇਬਲ ਟੂ ਪ੍ਰੈਸ਼ਰ। ਦੂਸਰੀ ਇਹ ਹੈਗਾ ਵੀ ਕੀ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਇਹ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਹਿੰਸਾ ਨਹੀਂ ਹੋਈ, ਖਾਲਿਸਤਾਨੀ ਐਲੀਮੈਂਟਸ ਉੱਥੇ ਐਕਟਿਵ ਹਨ ਜਾਂ ਨਹੀਂ ਹੈ। ਦੇਖੋ 1985 ਦੇ ਵਿੱਚ ਕਨਿਸ਼ਕਾ ਜਿਹੜਾ ਪਲੇਨ ਸੀ ਏਅਰ ਇੰਡੀਆ ਦਾ, ਉਹਨੂੰ ਉਡਾਤਾ ਗਿਆ। ਅੱਛਾ, ਉਹਦੇ ਅੰਦਰ ਬਹੁਤ ਲੋਕ ਮਾਰੇ ਗਏ। ਅੱਛਾ, ਉਸ ਤੋਂ ਬਾਅਦ ਉੱਥੇ ਇੱਕ ਅੱਛੇ ਐਸਟੈਬਲਿਸ਼ਡ ਅਖਬਾਰ ਨਵੀਸ ਸਨ, ਤਾਰਾ ਸਿੰਘ ਹੇਰ, ਉਹਨਾਂ ਦੇ ਉੱਤੇ 1928 'ਚ 88 ਦੇ ਵਿੱਚ ਹਮਲਾ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੂੰ ਗੋਲੀਆਂ ਵੱਜੀਆਂ, ਹੀ ਗੋਟ ਪੈਰਾਲਾਈਜ਼ਡ। ਫਿਰ ਕੁਝ 10 ਸਾਲ ਤੋਂ ਕਰੀਬ ਬਾਅਦ ਉਹਨਾਂ 'ਤੇ ਫਿਰ ਦੁਬਾਰਾ ਹਮਲਾ ਕੀਤਾ ਗਿਆ, ਜਿਹਦੇ 'ਚੋਂ ਮਾਰੇ ਗਏ। ਅੱਛਾ, ਤੁਸੀਂ ਇਹ ਜਿਹੜੇ ਵਾਇਲੈਂਸ ਹੈ ਕਦੇ ਵੀ ਉੱਥੇ ਟੋਟਲੀ ਬੰਦ ਨਹੀਂ ਹੋਇਆ। ਔਰ ਦੂਸਰਾ ਕੀ ਹੈ, ਜਿਹੜੀਆਂ ਖਾਲਿਸਤਾਨੀ ਐਲੀਮੈਂਟਸ ਨੇ ਉਹਦੇ ਅੰਦਰ ਇੱਕ ਗਰੁੱਪ ਨਹੀਂ ਹੈ, ਬਹੁਤ ਸਾਰੇ ਗਰੁੱਪ ਨੇ ਜਿਹੜੇ ਇੱਕ ਕਾਮਨ ਗੋਲ ਰੱਖ ਕੇ ਚੱਲਦੇ ਨੇ, ਔਰ ਉਹਨਾਂ ਗਰੁੱਪਸ ਦੇ ਹਮੇਸ਼ਾ ਸੰਬੰਧ ਆਪਸ 'ਚ ਚੰਗੇ ਨਹੀਂ ਰਹਿੰਦੇ। ਹੁਣ ਥੋੜ੍ਹਾ ਚਿਰ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਮਾਰਿਆ ਗਿਆ। ਸੀ ਉਹਦੇ ਅੰਦਰ ਵੀ ਕੋਈ ਇਰਰਿਸਪੋਂਸੀਬਲ ਸਟੇਟਮੈਂਟ ਦਿੱਤੀ ਜਾ ਸਕਦੀ ਹੈ, ਪਰ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਗਰੁੱਪ ਡਾਈਸੈਂਸ਼ਨਸ ਨੇ, ਗਰੁੱਪ ਰਾਈਵਲਰੀਜ਼ ਨੇ, ਦੁਸ਼ਮਣੀਆਂ ਨੇ। ਇਹ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਅੰਦਰ ਸਮਝਿਆ ਜਾਵੇ ਕਿ ਜੋ ਇਹ ਕਿਲਿੰਗ ਹਰਦੀਪ ਨਿੱਜਰ ਦੀ ਹੋਈ ਹੈ, ਇਸ ਦੇ ਵਿੱਚ ਪਾਕਿਸਤਾਨ ਦਾ ਹੱਥ ਹੈ? ਪਾਕਿਸਤਾਨ ਦਾ ਮੈਂ ਨਹੀਂ ਕਹਿ ਰਿਹਾ, ਮੈਂ ਜਿਹੜੀ ਗਰੁੱਪ ਰਾਈਵਲਰੀ ਆਪਸ ਦੇ ਵਿੱਚ ਖਾਲਿਸਤਾਨੀ ਗਰੁੱਪਸ ਦੀ ਹੈ, ਇਹ ਉਹਦਾ ਨਤੀਜਾ। ਤੁਸੀਂ 2 ਸਾਲ ਪਹਿਲਾਂ ਰਿਪਦਮਨ ਸਿੰਘ ਮਲਿਕ ਦਾ ਮਰਡਰ ਹੋਇਆ, ਹੁਣ ਉਹਨੂੰ ਵੀ ਅਸੀਂ ਕੁਝ ਕਲਰ ਦੇ ਸਕਦੇ ਹਾਂ? ਨਹੀਂ। ਉਸ ਕਿਲਿੰਗ ਦੇ ਉੱਤੇ ਵੀ ਹਰਦੀਪ ਨਿੱਜਰ ਉਹਨਾਂ ਦਾ ਬਿਆਨ ਆਇਆ ਸੀ, ਉਹ ਤਾਂ ਕਹਿ ਰਹੇ ਸੀ ਕਿ ਮੇਰੀ ਕੋਈ ਇਹੋ ਜਿਹੀ ਗੱਲਬਾਤ ਹੀ ਨਹੀਂ ਹੈਗੀ ਰਿਪਦਮਨ ਮਲਿਕ ਦੇ ਨਾਲ, ਔਰ ਸਾਡੇ ਟਰਮਸ ਵੀ ਠੀਕ ਸੀ। ਐਂਡ ਈਵਨ ਉਹਨਾਂ ਨੇ ਇੱਕ ਉੱਥੇ ਦੇ ਹੀ ਰੇਡੀਓ ਬ੍ਰੌਡਕਾਸਟਰ ਨੂੰ ਇਹ ਕਿਹਾ ਵੀ ਸੀ ਕਿ ਅਗਲਾ ਵਿਕਟਿਮ ਮੈਂ ਹੋ ਸਕਦਾ। ਥ੍ਰੈਟ ਪਰਸੈਪਸ਼ਨ ਹਰਦੀਪ ਨਿੱਜਰ ਦੇ ਵੱਲੋਂ ਜਤਾਈ ਗਈ ਸੀ। ਦੇਖੋ, ਫਿਰ ਉੱਥੋਂ ਦੀ ਜਿਹੜੀ ਸਰਕਾਰ ਸੀ, ਜੇ ਉਹਨਾਂ ਨੂੰ ਲੱਗਦਾ ਸੀ ਵੀ ਇਹਨੂੰ ਖਤਰਾ ਹੈ, ਦੇ ਸ਼ੁੱਡ ਹੈਵ ਪ੍ਰੋਟੈਕਟਿਡ ਹਿਮ। ਤੁਸੀਂ ਜੇਕਰ ਖਤਰਾ ਪਤਾ ਹੁੰਦਿਆਂ ਵੀ ਉਹਨੂੰ ਬਚਾ ਨਹੀਂ ਸਕੇ, ਤੇ ਉਸ ਤੋਂ ਬਾਅਦ ਕਹਿਣਾ ਕਿ ਦੂਸਰੀ ਏਜੰਸੀ ਦਾ ਹੱਥ ਹੈ, ਇਹ ਗਲਤ ਹੈ, ਇਰਰਿਸਪੋਂਸੀਬਲ ਹੈ। ਔਰ ਇਹਦੇ ਅੰਦਰ ਇਹਨਾਂ ਦਾ ਵਾਇਲੈਂਸ ਆਪਸ ਦੇ ਵਿੱਚ ਚੱਲਦਾ ਰਿਹਾ ਹੈ ਪਹਿਲਾਂ ਵੀ, ਔਰ ਆਉਣ ਵਾਲੇ ਵਕਤ ਦੇ ਵਿੱਚ ਵੀ। ਆਈ ਡੋਂਟ ਥਿੰਕ ਇਟ ਇਜ਼ ਐਂਡ। ਆਉਣ ਵਾਲੇ ਵਕਤ ਦੇ ਵਿੱਚ ਵੀ ਜਿੱਥੋਂ ਜਿਹੜੀਆਂ ਖਾਲਿਸਤਾਨੀ ਐਲੀਮੈਂਟਸ ਨੇ, ਦੇ ਵਿਲ ਕੀਪ ਅਟੈਕਿੰਗ ਈਚ ਅਦਰ, ਐਂਡ ਆਈ ਹੈਵ ਦਿਸ ਇਜ਼ ਨਾਟ ਦ ਐਂਡ ਆਫ ਦ ਰੋਡ। ਆਉਣ ਵਾਲੇ ਵਕਤ ਦੇ ਵਿੱਚ ਵੀ ਤੁਸੀਂ ਹੋਰ ਵਾਇਲੈਂਸ ਦੇਖੋਗੇ। ਸਰ, ਜਿਵੇਂ ਇਹ ਸਟੇਟਮੈਂਟ ਆਈ, ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਇੰਡੀਅਨ ਏਜੰਸੀਜ਼ ਦਾ ਹੱਥ ਸੀ, ਔਰ ਜਿਸ ਤਰੀਕੇ ਦੇ ਨਾਲ
ਜੋ ਡਿਪਲੋਮੈਟ ਸੀਗੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਕਿ ਕਿਹਾ ਕਿ ਤੁਸੀਂ 5 ਦਿਨਾਂ ਦੇ ਵਿੱਚ ਕੰਟਰੀ ਛੱਡ ਕੇ ਕੈਨੇਡਾ ਛੱਡ ਕੇ ਚਲੇ ਜਾਓ। ਹਾਲਾਂਕਿ ਇਹ ਪ੍ਰੋਟੋਕਾਲ ਹੁੰਦਾ ਹੈ ਕਿ ਡਿਪਲੋਮੈਟ ਦਾ ਨਾਮ ਐਵੇਂ ਉਜਾਗਰ ਕਰ ਸਕਦੇ ਹੁੰਦੇ ਨੇ, ਤੁਸੀਂ ਦੱਸ ਸਕਦੇ ਹੁੰਦੇ, ਕਿਉਂਕਿ ਇੰਡੀਆ ਨੇ ਵੀ ਐਕਸਪੈਲ ਕੀਤਾ ਕਿ ਇੰਡੀਆ ਨੇ ਉਹ ਨਾਮ ਦੱਸਿਆ। ਦੇਖੋ ਦੋਨਾਂ ਨੇ ਇੱਕ ਦੂਜੇ ਦੇ ਨਾਂ ਦੱਸੇ ਨੇ। ਜਦੋਂ ਵੀ ਇੰਡੀਆ ਪਾਕਿਸਤਾਨ ਜਾਂ ਕੋਈ ਹੋਸਟਾਈਲ ਕੋਈ ਐਕਸ਼ਨ ਹੋ ਜਾਂਦਾ ਤੇ ਉਸ ਵੇਲੇ ਇਟ ਇਜ਼ ਅ ਵੈਰੀ ਕਾਮਨ ਡਿਪਲੋਮੈਟਿਕ ਸਟੈਪ ਕਿ ਇੱਕ ਦੂਜੇ ਦਾ ਜਿਹੜਾ ਡਿਪਲੋਮੈਟ ਆ ਉਹਨੂੰ ਰਿਟਰਨ ਵਾਪਸ ਜਾਣ ਲਈ ਕਹਿ ਦਿੰਦੇ ਆ। ਇਟ ਹੈਜ਼ ਹੈਪਨਡ ਅਰਲੀਅਰ ਆਲਸੋ। ਤੇ ਉਹਦੇ 'ਚ ਮੈਨੂੰ ਕੋਈ ਨਵੀਂ ਚੀਜ਼ ਨਹੀਂ ਲੱਗਦੀ ਜਦੋਂ ਇਸ ਤਰ੍ਹਾਂ ਸੰਬੰਧ ਥੋੜ੍ਹੇ ਵਿਗੜਦੇ ਆ। ਦਿਸ ਇਜ਼ ਅ ਨਾਰਮਲ ਡਿਪਲੋਮੈਟਿਕ ਹੈਪਨਿੰਗ। ਇਹ ਵੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਨਾ, ਉਹਨਾਂ ਨੇ ਕਿਹਾ ਕਿ ਇੰਡੀਅਨ ਏਜੰਸੀਜ਼ ਦਾ ਹੱਥ ਸੀ ਔਰ ਉੱਥੇ ਹੀ ਜੋ ਡਿਪਲੋਮੈਟ ਦਾ ਜ਼ਿਕਰ ਕੀਤਾ ਪਵਨ ਕੁਮਾਰ ਰਾਏ 1997 ਬੈਚ ਦੇ ਉਹ IPS ਆਫਿਸਰ ਨੇ, ਤਾਂ ਕਿਸ ਤਰੀਕੇ ਦੀ ਉਹਨਾਂ ਦੀ ਵਰਕਿੰਗ ਇੱਥੇ ਪੰਜਾਬ ਦੇ ਵਿੱਚ ਸੀ, ਪੰਜਾਬ ਕੈਡਰ ਤੇ ਸੀ, ਤੁਹਾਡੇ ਨਾਲ ਕੀ ਤੁਹਾਡੇ ਨਾਲ ਕੰਮ ਕੀਤਾ ਉਹਨਾਂ ਨੇ? ਮੇਰਾ ਹੀ ਬਹੁਤ ਐਸੋਸੀਏਟ ਆਫ ਮਾਈਨ, ਮੇਰੇ ਨਾਲ ਉਹਨਾਂ ਨੇ ਕੰਮ ਕੀਤਾ। ਉਹ ਇੱਕ ਬੜਾ ਅਪਰਾਈਟ ਆਫਿਸਰ ਹੈ ਐਂਡ ਔਰ ਉਹਦੇ 'ਚ ਮੈਨੂੰ ਕੋਈ ਵੀ ਸ਼ੱਕ ਨਹੀਂ ਹੈ ਵੀ ਉਹ ਕਿਸੇ ਵੀ ਗਲਤ ਚੀਜ਼ ਦੇ ਵਿੱਚ ਇਸ ਤਰ੍ਹਾਂ ਹਿੱਸੇਦਾਰ ਨਹੀਂ ਬਣਦਾ। ਉਹ ਇੱਕ ਬੜਾ ਸਟ੍ਰੇਟ ਫਾਰਵਰਡ ਜਿਹਾ ਆਫਿਸਰ ਹੈ। ਔਰ ਇਸ ਤਰ੍ਹਾਂ ਦੀ ਜਿਹੜੀ ਐਕਿਊਜ਼ੇਸ਼ਨ ਲਾਉਣਾ ਹੈ ਖਾਸ ਤੌਰ 'ਤੇ ਇੱਕ ਪ੍ਰਧਾਨ ਮੰਤਰੀ ਲਈ ਪਾਰਲੀਮੈਂਟ ਦੇ ਵਿੱਚ, ਇਟ ਇਜ਼ ਨਾਟ ਕਰੈਕਟ, ਇਟ ਇਜ਼ ਨਾਟ ਡਨ। ਦੇਖੋ ਤੁਹਾਡੇ ਕੰਟਰੀ ਦੇ ਵਿੱਚ ਪੁਲਿਸ, ਲਾਅ ਐਂਡ ਆਰਡਰ ਮਸ਼ੀਨਰੀ, RCMP ਸਾਰੀਆਂ ਏਜੰਸੀਜ਼ ਹੈਗੀਆਂ। ਤੁਹਾਨੂੰ ਕੌਣ ਪ੍ਰੀਵੈਂਟ ਕਰ ਰਿਹਾ ਉੱਥੋਂ ਦੇ ਅਕਿਊਜ਼ ਫੜਨ ਲਈ? ਤੁਸੀਂ 3 ਮਹੀਨੇ ਹੋ ਗਏ ਤੁਹਾਡੇ ਤੋਂ ਬੰਦੇ ਨਹੀਂ ਫੜੇ ਗਏ ਅਸਲੀ। ਜੇ ਫੜਦੇ ਹੋ ਔਰ ਉਹਨਾਂ ਦਾ ਲਿੰਕ ਲੱਭਦੇ ਹੋ ਤੇ ਸਾਰਿਆਂ ਨੂੰ ਕਾਨੂੰਨ ਦੇ ਅੱਗੇ ਖੜਾ ਕਰੋ ਨਾ। ਯੂ ਹੈਵ ਯੋਰ ਓਨ ਲੀਗਲ ਸਿਸਟਮ। ਪੱਕੇ ਪੈਰੀ ਗੱਲ ਕਰਨੀ ਚਾਹੀਦੀ ਸੀ। ਜੇ ਸਟੇਟਮੈਂਟ ਸੀਗੀ, ਜੇ ਤੁਹਾਡੇ ਕੋਲ ਪ੍ਰੂਫ ਸੀ ਤਾਂ ਵਿਦ ਪ੍ਰੂਫ ਇਹਨਾਂ ਨੂੰ ਟੇਬਲ ਤੇ ਕਰਨਾ ਚਾਹੀਦਾ। ਬਿਲਕੁਲ ਤੁਹਾਨੂੰ ਪ੍ਰੂਫ ਟੇਬਲ ਕਰਨਾ ਚਾਹੀਦਾ। ਔਰ ਮੇਰਾ ਨਹੀਂ ਖਿਆਲ ਦੂਸਰਾ ਕੀ ਹੈ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਤਾਂ ਉਹ ਥੋੜ੍ਹੀ ਦੇਰ ਪਹਿਲਾਂ ਹੀ G20 ਦੇ ਵਿੱਚ ਦਿੱਲੀ ਆ ਕੇ ਗਏ ਆ। ਜੇ ਕੋਈ ਇਸ ਤਰ੍ਹਾਂ ਦੇ ਡਿਫਰੈਂਸਿਸ ਹੋਣ ਜਾਂ ਕੋਈ ਇਹੋ ਜਿਹੀ ਚੀਜ਼ ਹੋਏ, ਉਹੋ ਜਿਹੇ ਟਾਈਮ ਦੇ ਉੱਤੇ ਇੱਕ ਡਿਪਲੋਮੈਟਿਕ ਤਰੀਕੇ ਨਾਲ ਰੱਖੀ ਜਾਂਦੀ ਹੈ, ਉਹਦਾ ਸੋਲਿਊਸ਼ਨ ਲੱਭਿਆ ਜਾਂਦਾ ਹੈ। ਤੁਸੀਂ ਪ੍ਰੋਬਲਮ ਉਹਨਾਂ ਲਈ ਨਹੀਂ ਹੈ, ਪ੍ਰੋਬਲਮ ਇੰਡੀਆ ਲਈ ਹੈ ਵੀ ਉੱਥੇ ਬੇਸ ਬਣਾ ਕੇ ਕਈ ਲੋਕ ਜਿਹੜੇ ਨੇ ਉੱਥੋਂ ਦੇ ਉਹ ਇੰਡੀਆ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਵੀ ਆਰ ਦ ਵਿਕਟਿਮਸ। ਹੁਣ ਇੱਕ ਤਾਂ ਸਾਨੂੰ ਵਿਕਟਿਮਸ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਐਂਟੀ ਇੰਡੀਅਨ ਕਾਰਵਾਈ ਪਰਮਿਟ ਕਰ ਰਹੇ ਹੋ ਔਰ ਉਸ ਤੋਂ ਬਾਅਦ ਤੁਹਾਡੇ ਉੱਥੇ ਉਹਨਾਂ ਦੇ ਝਗੜੇ ਹੁੰਦੇ ਆ, ਉਹਦੇ ਲਈ ਇੰਡੀਅਨ ਏਜੰਸੀਜ਼ ਨੂੰ ਤੁਸੀਂ ਪੁਆਇੰਟ ਆਊਟ ਕਰ ਰਹੇ ਹੋ ਵੀ ਇਹਨਾਂ ਦਾ ਹੱਥ ਹੈ। ਤੁਸੀਂ ਇਟ ਇਜ਼ ਟੋਟਲੀ ਰੋਂਗ, ਇਰਰਿਸਪੋਂਸਿਬਲ ਐਂਡ ਨਾਟ ਬਿਕਮਿੰਗ ਆਫ ਅ ਪ੍ਰਾਈਮ ਮਿਨਿਸਟਰ। ਪੰਜਾਬ 'ਚ ਵੀ ਬਤੌਰ DGP ਸਰਵ ਕੀਤਾ ਔਰ ਪੰਜਾਬੀਆਂ ਦੇ ਵਿੱਚ ਇੱਕ ਇਹ ਪਰਸੈਪਸ਼ਨ ਹੁੰਦੀ ਹੈ ਨਾ, ਕੋਈ ਗੱਲ ਆਪਾਂ ਚਰਚਾ ਕਰਦੇ ਹਾਂ ਤਾਂ ਉਹਨਾਂ ਦੇ ਕੋਲ ਇੱਕੋ ਹੀ ਜਵਾਬ ਹੁੰਦਾ ਕਿ ਏਜੰਸੀਆਂ ਨੇ ਕੰਮ ਕਰਾਇਆ, ਏਜੰਸੀਆਂ ਦਾ ਹੱਥ ਸੀਗਾ। ਜੇ ਮੈਂ ਸਿੱਧੇ ਤੌਰ ਦੇ ਉੱਤੇ ਪੁੱਛਾਂ ਕਿ ਇਹ ਏਜੰਸੀਆਂ ਕੰਮ ਕਿਵੇਂ ਕਰਦੀਆਂ, ਕੀ ਇਹਨਾਂ ਦਾ ਕੰਮ ਹੁੰਦਾ ਹੈ, ਤਾਂ ਜੇ ਪੰਜਾਬੀਆਂ ਨੂੰ ਦੱਸਣਾ ਹੋਵੇ ਕਿ ਏਜੰਸੀਆਂ ਕੀ ਕਰਦੀਆਂ ਨੇ, ਕੀ ਇਹ ਸਭ ਵਰਕਿੰਗ ਹੁੰਦੀ ਹੈ, ਤਾਂ ਤੁਸੀਂ ਸਮਝਾ ਸਕਦੇ? ਨਹੀਂ ਦੇਖੋ, ਇਸ ਤਰ੍ਹਾਂ ਕੋਈ ਵੀ ਜਿਹੜੀ ਏਜੰਸੀ ਹੈ ਨਾ, ਦੇਰ ਇਜ਼ ਨੋ ਏਜੰਸੀ ਵਿਚ ਗੈਟਸ ਮਰਡਰਸ ਕਮਿਟਡ। ਤੁਸੀਂ ਮਤਲਬ ਜਿਹੜਾ ਇਨਫੋਰਮੇਸ਼ਨ ਇਕੱਠੀ ਕਰਨਾ ਏਜੰਸੀਜ਼ ਵਗੈਰਾ ਦਾ ਕੰਮ ਹੁੰਦਾ ਹੈ, ਉਹ ਇਨਫੋਰਮੇਸ਼ਨਸ ਇਕੱਠੀਆਂ ਕਰਦੀਆਂ ਬਟ ਦੇ ਡੋਂਟ ਕੈਰੀ ਆਊਟ ਮਰਡਰਸ ਲਾਈਕ ਦਿਸ। ਖਾਸ ਤੌਰ 'ਤੇ ਜਿਹੜੀਆਂ ਡੈਮੋਕ੍ਰੈਟਿਕ ਕੰਟਰੀਜ਼ ਨੇ ਉੱਥੇ ਇਹ ਚੀਜ਼ ਨਹੀਂ ਹੈ। ਕਿਤੇ ਡਿਕਟੇਟਰਸ਼ਿਪ ਹੋਏ, ਕਮਿਊਨਿਜ਼ਮ ਹੋਏ, ਪੁਰਾਣੇ ਟਾਈਮ 'ਚ ਸਮਝਦੇ ਸੀ ਵੀ ਉਹਨੇ ਆਹ ਕਰਤਾ, ਉਹਨੇ ਆਹ ਕਰਤਾ। ਬਟ ਅੱਜ ਕੱਲ੍ਹ ਦਾ ਜਿਹੜਾ ਡੈਮੋਕ੍ਰੈਟਿਕ ਸਿਸਟਮਸ ਨੇ, ਦੇਖੋ ਏਜੰਸੀਜ਼ ਦਾ ਵਰਕਿੰਗ ਸਟਾਈਲ ਕੀ ਰਹਿੰਦਾ ਹੈ, ਕੀ ਇਹਨਾਂ ਦਾ ਕੀ ਕੰਮ ਕੀ ਹੁੰਦਾ? ਕੀ ਹੁੰਦਾ ਦੇਖੋ, ਕੈਨੇਡਾ ਆਪਣੇ ਆਪ ਨੂੰ ਇੱਕ ਲਿਬਰਲ ਕੰਟਰੀ ਦੱਸਦਾ ਹੈ, ਡੈਮੋਕ੍ਰੈਟਿਕ ਕੰਟਰੀ। ਟਰੂਡੋ ਸਾਹਿਬ ਦੀ ਪਾਰਟੀ ਦਾ ਨਾਮ ਹੀ ਕੀ ਹੈ? ਲਿਬਰਲ ਪਾਰਟੀ। ਅੱਛਾ, ਤੁਸੀਂ ਇਹ ਡੈਮੋਕ੍ਰੇਸੀ ਦੇ ਵਿੱਚ ਕਈ ਵਾਰੀ ਇੱਕ ਟਰੈਂਡ ਚੱਲਦਾ ਹੈ ਕਿ ਤੁਸੀਂ ਵੀ ਆਰ ਲਿਬਰਲ। ਜਿੰਨੇ ਵੀ ਆ ਲਿਬਰਲ ਕੰਟਰੀ ਸੀ, ਦੇ ਹੈਵ ਕਮ ਟੂ ਗਰੀਫ। ਫਰਾਂਸ ਨੇ ਇਹ ਕਹਿ ਕੇ ਅਸੀਂ ਲਿਬਰਲ ਹਾਂ, ਜਿੱਥੋਂ ਦੇ ਵੀ ਮਾੜੇ ਬੰਦੇ ਆ ਸਾਡੇ ਕੋਲ ਆਉਣਾ ਚਾਹੋ ਆ ਜਾਓ ਨਾ। ਸਾਰੀ ਦੁਨੀਆ ਦੇ ਕ੍ਰਿਮੀਨਲ ਇਕੱਠੇ ਹੋ ਕੇ ਉੱਥੇ ਫਰਾਂਸ 'ਚ ਪਹੁੰਚ ਗਏ ਆ। ਹੁਣ ਬੜੇ ਔਖੇ ਨੇ, ਦੇ ਆਰ ਅਨਹੈਪੀ ਅਬਾਊਟ ਇਟ। ਅੱਛਾ, ਸਵੀਡਨ ਦੇ ਅੰਦਰ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੇ ਵੀ ਕਿਹਾ ਵੀ ਕੋਈ ਐਸੀ ਪ੍ਰੋਬਲਮ ਨਹੀਂ ਹੈ, ਵੀ ਆਰ ਵੈਰੀ ਲਿਬਰਲ। ਉਹ ਸਾਰੀ ਦੁਨੀਆ ਦੇ ਉੱਥੇ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਛਾ, ਮਿਸਟਰ ਓਲਫ ਪਾਲਮੇ ਜਾ ਰਹੇ ਸੀ ਇੱਕ ਵਾਰੀ ਦਫ਼ਤਰ,
and he was shot on the way. The man who was a very great protagonist of liberal democracy, he got shot by these elements that he was supporting. तो मेरा अपना ख्याल है कि कਦੇ ਵੀ ਜਿਹੜੀਆਂ ਇਸ ਤਰ੍ਹਾਂ ਅੰਡਰਗਰਾਉਂਡ ਮੂਵਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਓਪਨਲੀ ਨਾ ਉਹਨਾਂ ਤੋਂ ਦਬਣਾ ਚਾਹੀਦਾ ਹੈ, ਨਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਇਸ ਪੂਰੀ ਸਟੇਟਮੈਂਟ ਦਾ, ਇਸ ਪੂਰੇ ਜੋ ਇਹ ਸਿਨੈਰੀਓ ਚੱਲ ਰਿਹਾ ਹੈ, ਇਸ ਦਾ ਅਸਰ ਤੁਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹੋ, ਸਿੱਖਾਂ ਦੇ ਉੱਤੇ ਕਿਵੇਂ ਵੇਖਦੇ ਹੋ ਤੁਸੀਂ? ਨਹੀਂ ਦੇਖੋ, ਦੇਰ ਵਿਲ ਬੀ ਅ ਵੈਰੀ ਸਮਾਲ ਪਰਸੈਂਟੇਜ, ਬੜੀ ਥੋੜੀ ਪਰਸੈਂਟੇਜ ਹੋਏਗੀ ਜਿਹੜੀ ਇਹਦੇ ਨਾਲ ਇਫੈਕਟ ਹੋਏਗੀ। ਉੱਥੇ ਜਿਹੜੇ ਪੰਜਾਬ ਦੇ ਜ਼ਿਆਦਾ ਲੋਕ ਨੇ ਉਹ ਪੜ੍ਹੇ ਲਿਖੇ ਨੇ, ਜਿਹੜੇ ਕੈਨੇਡਾ 'ਚ ਰਹਿ ਰਹੇ ਨੇ, ਔਰ ਬਹੁਤ ਸਾਰੇ ਲੋਕ ਬੜੀ ਦੇਰ ਤੋਂ ਰਹਿ ਰਹੇ ਆ, ਔਰ ਉਹਨਾਂ ਨੇ ਕੈਨੇਡਾ ਲਈ ਦੀ ਡਿਵੈਲਪਮੈਂਟ ਲਈ, ਪ੍ਰੋਗਰੈਸ ਲਈ ਬੜੀ ਮਿਹਨਤ ਕੀਤੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਉੱਤੇ ਕੋਈ ਫਰਕ ਪਏਗਾ। ਔਰ ਦੂਸਰਾ, ਕਈ ਵਾਰੀ ਬੰਦਾ ਬੋਲਦਿਆਂ ਹੋਇਆਂ ਕੋਈ ਲਫ਼ਜ਼ ਘੱਟ ਵੱਧ ਕਹਿ ਜਾਂਦਾ ਹੈ, ਤਾਂ ਆਈ ਫੀਲ ਜੇ ਜਸਟਿਨ ਪ੍ਰਾਈਮ ਮਿਨਿਸਟਰ ਨੇ ਕੋਈ ਗਲਤ ਸਟੇਟਮੈਂਟ ਦੇ ਦਿੱਤੀ ਹੈ, ਲੈਟ ਅਸ ਵਾਚ ਵੀ ਇਹਦਾ ਕੀ ਆਫਟਰ ਇਫੈਕਟ ਹੈਗਾ। ਮੈਨੂੰ ਇਹ ਵਿਸ਼ਵਾਸ ਹੈ ਕਿ ਹੀਲ ਸਟੇਟਮੈਂਟਸ ਆ ਰਹੀਆਂ ਕਿ ਯੂਐਸ ਇਜ਼ ਕਨਸਟੈਂਟ ਇਨ ਟੱਚ ਵਿਦ them, ਉਹਨਾਂ ਦੇ ਵੱਲੋਂ ਇਹ ਜਿਹਾ ਕਿਹਾ ਜਾ ਰਿਹਾ ਕਿ ਯੂਐਸ ਦੇ ਨਾਲ ਵੀ ਗੱਲਬਾਤ ਹੋ ਰਹੀ ਹੈ, ਆਸਟ੍ਰੇਲੀਆ ਦੇ ਨਾਲ ਵੀ ਹੋ ਰਹੀ ਹੈ। ਤਾਂ ਮਤਲਬ ਜਿੰਨੀਆਂ ਵੱਡੀਆਂ ਕੰਟਰੀਜ਼ ਨੇਸ਼ਨਸ ਨੇ ਉਹ ਤਾਂ ਇਹ ਪ੍ਰੀਟੈਂਡ ਕਰ ਰਹੇ ਕਿ ਸਾਡੀ ਉਹਨਾਂ ਨਾਲ ਰੈਗੂਲਰ ਇਨ ਟੱਚ ਹੈਗੀਆਂ। ਯੂਕੇ ਦੇ ਨਾਲ ਵੀ ਉਹਨਾਂ ਨੇ ਕਿਹਾ ਕੋਈ ਵੀ ਕੰਟਰੀ ਜਿਹੜਾ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰੇਗਾ, ਪ੍ਰੇਜ਼ ਨਹੀਂ ਕਰੇਗਾ ਕਿ ਪ੍ਰਾਈਮ ਮਿਨਿਸਟਰ ਨੇ ਬਹੁਤ ਚੰਗਾ ਕਿਹਾ। ਐਵਰੀ ਕੰਟਰੀ ਵਿਲ ਬੀ ਕ੍ਰਿਟੀਕਲ ਆਫ ਵਾਟ ਦ ਪ੍ਰਾਈਮ ਮਿਨਿਸਟਰ ਹੈਜ਼ ਡਨ, ਕੈਨੇਡੀਅਨ ਪ੍ਰਾਈਮ ਮਿਨਿਸਟਰ। ਸੋ ਮੇਰਾ ਆਪਣਾ ਖਿਆਲ ਹੈ ਕਿ ਥੋੜ੍ਹਾ ਜਿਹਾ 2-4 ਦਿਨ ਆਪਾਂ ਲੈਟ ਅਸ ਨਾਟ ਬੀ ਟੂ ਫਾਸਟ ਟੂ ਰਿਐਕਟ। ਹਾਂ, ਕੋਈ ਇੱਕ ਵਾਰੀ ਦੇਖੋ ਉਹਨਾਂ ਦਾ ਪਾਸਟ ਦੇਖੋ, ਦੇ ਹੈਵ ਨਾਟ ਬੀਨ ਬਿਹੇਵਿੰਗ ਇਨ ਦ ਸੇਮ ਮੈਨਰ ਅਰਲੀਅਰ। ਅਤੇ ਜੇਕਰ ਉਹ ਹੁਣ ਤੱਕ ਦੋਸਤ ਰਹੇ ਨੇ, ਅੱਜ ਜੇ ਉਹ ਕਿਸੇ ਪ੍ਰੈਸ਼ਰ ਦੇ ਥੱਲੇ ਥੋੜ੍ਹਾ ਬਹੁਤਾ ਡਿਵੀਏਟ ਕਰ ਰਹੇ ਆ, ਅਤੇ ਹੋ ਸਕਦਾ ਆਉਣ ਵਾਲੇ 2-4 ਦਿਨਾਂ ਦੇ ਵਿੱਚ ਆਪਣੇ ਕਦਮ ਪਿੱਛੇ ਲੈਣ। ਮੈਨੂੰ ਇਹ ਲੱਗਦਾ ਕਿ ਜੋ ਉਹਨਾਂ ਦਾ ਪਾਸਟ ਕੰਡਕਟ ਰਿਹਾ ਉਹਨੂੰ ਦੇਖਦਿਆਂ ਹੋਇਆਂ ਇਹ ਉਸ ਗਲਤ ਰਸਤੇ 'ਤੇ ਨਹੀਂ ਚੱਲਣਗੇ। ਦੇ ਵਿਲ ਟਰਾਈ ਟੂ ਰਿਕਵਰ, ਮੋਡੀਫਾਈ ਐਂਡ ਰਿਟਰੇਸ ਦੇਅਰ ਸਟੈਪਸ। ਦਾ ਵੀ ਇਹ ਬਿਆਨ ਵੀ ਆਇਆ ਕਿ ਟ੍ਰੇਡ ਤਾਂ ਅਸੀਂ ਚਾਹੁੰਦੇ ਹਾਂ ਕਿ ਚੱਲਦਾ ਰਹੇ ਇਸ ਤਰੀਕੇ। ਦੇਖੋ, ਟ੍ਰੇਡ ਚੱਲਦਾ ਰਹੇ, ਪਰ ਇੱਕ ਦੂਜੇ ਦੇ ਵੱਲ ਉਂਗਲ ਅਸੀਂ ਚੁੱਕੀ ਜਾਈਏ ਉਹ ਵੀ ਠੀਕ ਨਹੀਂ। ਜੇ ਤੁਸੀਂ ਟ੍ਰੇਡ ਰਿਲੇਸ਼ਨਸ ਠੀਕ ਰੱਖਣੇ ਆ ਤਾਂ ਤੁਹਾਨੂੰ ਨਾਰਮਲ ਰਿਲੇਸ਼ਨਸ ਵੀ ਐਸਟੈਬਲਿਸ਼ ਕਰਨੇ ਪੈਣਗੇ। ਇੱਕ ਪਾਸੇ ਅਸੀਂ ਇੱਕ ਦੂਜੇ ਦੇ ਉੱਤੇ ਉਂਗਲਾਂ ਚੁੱਕੀ ਜਾਈਏ ਔਰ ਦੂਜੇ ਪਾਸੇ ਟ੍ਰੇਡ ਨੂੰ ਠੀਕ ਕਰਨ ਦੀਆਂ ਗੱਲਾਂ ਕਰੀਏ, ਉਹ ਵੀ ਆਪਸ ਦੇ ਵਿੱਚ ਠੀਕ ਨਹੀਂ ਲੱਗਦੀਆਂ। ਜ਼ਿਕਰ ਕੀਤਾ ਕਿ ਕੈਨੇਡਾ ਦੇ ਵਿੱਚ ਤਾਂ ਇਹਦਾ ਬਹੁਤਾ ਕੋਈ ਅਸਰ ਪੈਂਦਾ ਨਜ਼ਰ ਨਹੀਂ ਆਊਗਾ, ਕਿਉਂਕਿ ਉੱਥੇ ਬਹੁਤ ਸਿਲੈਕਟਡ ਲੋਕ ਨੇ ਜੋ ਤੁਸੀਂ ਕਿਹਾ ਕਿ ਇਸ ਦੀ ਹਮਾਇਤ ਕਰਦੇ ਨੇ। ਤਾਂ ਇੱਕ ਪਾਸੇ ਤੁਹਾਡਾ ਇਹ ਵੀ ਕਹਿਣਾ ਸੀਗਾ ਕਿ ਇਹ ਪੋਲੀਟਿਕਸ ਨੂੰ ਵੇਖਦਿਆਂ ਹੋਇਆਂ ਦੂਸਰੀ ਪਾਰਟੀ ਨੂੰ ਖੁਸ਼ ਕਰਨ ਦੇ ਲਈ ਹੀ ਇਹ ਸਟੇਟਮੈਂਟ ਦਿੱਤੀ ਗਈ ਹੈ, ਪਰ ਜੇ ਇਫੈਕਟ ਉਸਦਾ ਇੰਨਾ ਜ਼ਿਆਦਾ ਨਹੀਂ ਨਜ਼ਰ ਆਊਗਾ ਉਹਨਾਂ ਲੋਕਾਂ ਦੇ ਉੱਤੇ, ਤਾਂ ਫਿਰ ਕੀ ਲੱਗਦਾ ਕਿ ਜਸਟਿਨ ਟਰੂਡੋ ਵੱਲੋਂ ਕਿਉਂ ਇਹ ਸਟੇਟਮੈਂਟ ਫਿਰ ਦੇ ਦਿੱਤੀ? ਡੈਮੋਕ੍ਰੇਸੀ ਦੇ ਵਿੱਚ ਥੋੜ੍ਹੇ ਪੀਰੀਅਡ ਦੇ ਬਾਅਦ ਇਲੈਕਸ਼ਨਸ ਹੁੰਦੀਆਂ ਰਹਿੰਦੀਆਂ, ਪੀਰੀਓਡਿਕ 4 years ਔਰ ਸੋ। ਸੋ ਆਈ ਡੋਂਟ ਥਿੰਕ ਦੇ ਵਿਲ ਹੈਵ ਅ ਟਾਈ ਅਪ ਫॉर ਦ ਨੈਕਸਟ ਇਲੈਕਸ਼ਨ। ਅਤੇ ਜੇਕਰ ਕੋਈ ਪ੍ਰੈਸ਼ਰ ਹੈ ਵੀ ਵਿਦ ਉਹ ਸਮੇਂ ਦੇ ਨਾਲ ਉਹ ਪ੍ਰੈਸ਼ਰ ਖਤਮ ਹੋ ਜਾਏਗਾ। ਪੰਜਾਬ ਦੇ ਉੱਤੇ ਤੁਸੀਂ ਕਿਵੇਂ ਵੇਖਦੇ ਹੋ ਇਸ ਦਾ ਅਸਰ? ਆਪਣੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਕੀ ਲੱਗਦਾ, ਕਿਉਂਕਿ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਜਾਂਦਾ ਹੈ, ਹੋਰ ਵੀ ਵੱਖ-ਵੱਖ ਜਿਹੜੇ ਸਿੱਖ ਆਗੂ ਨੇ ਉਹ ਬਿਆਨ ਦੇ ਰਹੇ? ਦੇਖੋ, ਇੱਦਾਂ ਹੁੰਦਾ, ਇੱਕ ਵਾਰੀ ਤਾਂ ਜਿਵੇਂ ਇੱਕ ਉਹ ਸਟੋਰਮ ਇਨ ਅ ਟੀ ਕੱਪ ਆਪਾਂ ਕਹਿੰਦੇ ਹਾਂ ਨਾ, ਵੀ ਇੱਕ ਵਾਰੀ ਜਦੋਂ ਇਸ ਤਰ੍ਹਾਂ ਦਾ ਬਿਆਨ ਆਉਂਦਾ ਤਾਂ ਸਾਰੇ ਬੜੇ ਅਸੀਂ ਗਰਮਜੋਸ਼ੀ ਨਾਲ ਉਹਦੇ 'ਤੇ ਰਿਐਕਟ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਵੀ ਸਾਨੂੰ ਬਹੁਤ ਜ਼ਿਆਦਾ ਐਜੀਟੇਟ ਹੋਣ ਦੀ ਲੋੜ ਨਹੀਂ ਹੈ। ਸਾਨੂੰ ਉਹਨਾਂ ਦਾ ਪਾਸਟ ਕੰਡਕਟ ਅਤੇ ਕੈਨੇਡਾ ਦੇ ਜਿਹੜੇ ਪੁਰਾਣੇ ਮੈਤਰੀਪੂਰਨ ਸੰਬੰਧ ਹੈਗੇ ਸੀ ਭਾਰਤ ਨਾਲ, ਉਹਨੂੰ ਦੇਖਦਿਆਂ ਹੋਇਆਂ ਸਾਨੂੰ ਥੋੜ੍ਹਾ ਜਿਹਾ ਹੋਰ ਵੇਟ ਐਂਡ ਵਾਚ ਕਰ ਲੈਣਾ ਚਾਹੀਦਾ। ਔਰ ਜੇਕਰ ਉਹ ਪਿਛਾਂਹ ਹਟ ਰਹੇ ਨੇ, ਉਹਨਾਂ ਨੂੰ ਹਟਣ ਦਾ ਮੌਕਾ ਦੇਣਾ ਚਾਹੀਦਾ। ਔਰ ਜੇਕਰ ਅਸੀਂ ਉਹਨਾਂ ਸੰਬੰਧਾਂ ਨੂੰ ਠੀਕ ਰੱਖ ਸਕਦੇ ਹਾਂ ਤਾਂ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਸਾਡੀ ਬਹੁਤ ਵੱਡੀ ਪਾਪੂਲੇਸ਼ਨ ਉੱਥੇ ਰਹਿ ਰਹੀ ਹੈ ਜਿਹਦੇ ਲਿੰਕ ਪੰਜਾਬ ਨਾਲ ਹੈਗੇ ਨੇ। ਪ੍ਰਵਾਸ ਜਿੰਨਾ ਆਪਣਾ ਹੋ ਰਿਹਾ ਪੰਜਾਬ ਤੋਂ ਵੀ, ਉਹ ਸਾਰਾ ਕੈਨੇਡਾ ਹੋ ਰਿਹਾ। ਨੰਬਰ ਆਫ ਸਟੂਡੈਂਟਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਬੱਚੇ ਪੜ੍ਹਨ ਵਾਸਤੇ ਜਾ ਰਹੇ ਨੇ ਔਰ ਉੱਥੇ ਸੈਟਲਡ ਨੇ, ਔਰ ਉਹ ਹੈਪੀਲੀ ਸੈਟਲਡ ਨੇ ਮੈਜੋਰਿਟੀ।
ਤੇ ਮੇਰਾ ਆਪਣਾ ਖਿਆਲ ਹੈ ਕਿ ਸਾਨੂੰ ਜੇਕਰ ਕੋਈ ਉਹਦੇ 'ਚ ਗਲਤ ਬਿਆਨਬਾਜ਼ੀ ਹੋਈ ਹੈ ਤੇ ਉਹਨੂੰ ਸੁਧਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਤੇ ਹੋ ਸਕਦਾ ਹੈ ਹਾਲਾਤ ਨਾਰਮਲ ਹੋ ਜਾਣ। ਥੋੜਾ ਇਸ ਨੂੰ ਹੋਰ ਆਪਾਂ ਲਾਰਜ ਪਰਸਪੈਕਟਿਵ ਦੇ ਨਾਲ ਦੇਖੀਏ, ਬਹੁਤੇ ਲੋਕ ਇਹ ਵੀ ਚਰਚਾ ਕਰਦੇ ਨੇ ਕਿ ਇਹ ਡੀਪ ਸਟੇਟਸ ਦੀਆਂ ਚਾਲਾਂ ਹੁੰਦੀਆਂ ਨੇ, ਇਸ ਦੇ ਵਿੱਚ ਜੀਓ ਪੋਲਿਟਿਕਸ ਇਨਵੋਲਵ ਹੈ। ਤੁਹਾਨੂੰ ਲੱਗਦਾ ਹੈ ਕਿ ਜੀਓ ਪੋਲਿਟਿਕਸ ਡੀਪ ਸਟੇਟਸ ਦਾ ਮੈਟਰ ਹੈ? ਦੇਖੋ ਇੱਦਾਂ ਹੁੰਦਾ, ਹਰ ਤਰ੍ਹਾਂ ਦੇ ਬੰਦੇ ਸਾਡੇ ਸਮਾਜ ਦੇ ਵਿੱਚ ਹੁੰਦੇ ਆ। ਇੱਕ ਗਲਾਸ ਦੇ ਅੰਦਰ ਪਾਣੀ ਪਾ ਲਈਏ, ਉਹ ਕਿਸੇ ਨੂੰ ਅੱਧਾ ਖਾਲੀ ਲੱਗਦਾ, ਕਿਸੇ ਨੂੰ ਅੱਧਾ ਭਰਿਆ ਲੱਗਦਾ, ਕਿਉਂਕਿ ਹਰ ਬੰਦੇ ਨੂੰ ਆਪਣੇ ਨਜ਼ਰੀਏ ਨਾਲ ਦੇਖਣਾ ਹੁੰਦਾ। ਤੇ ਮੇਰਾ ਆਪਣਾ ਖਿਆਲ ਹੈ ਕਿ ਡੈਮੋਕ੍ਰੇਸੀ ਇੱਕ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬੜੀ ਅੱਛੀ ਸਿਸਟਮ ਆਫ ਗਵਰਨਮੈਂਟ ਹੈ। ਇੰਡੀਆ ਇਜ਼ ਅ ਡੈਮੋਕ੍ਰੇਸੀ, ਵੈਰੀ ਬਿਗ ਡੈਮੋਕ੍ਰੇਸੀ, ਸੋ ਇਜ਼ ਕੈਨੇਡਾ। ਤੇ ਮੇਰਾ ਖਿਆਲ ਹੈ ਦੋਨਾਂ ਕੰਟਰੀਜ਼ ਦੇ ਵਿੱਚ ਡੈਮੋਕ੍ਰੇਸੀ ਹੁੰਦਿਆਂ ਹੋਇਆਂ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਅਰਥ ਨਹੀਂ ਕੱਢਣੇ ਚਾਹੀਦੇ। ਜੋ ਕੁਝ ਕਿਹਾ ਗਿਆ ਹੈ ਔਰ ਜੋ ਉੱਥੋਂ ਦੇ ਹਾਲਾਤ ਨੇ ਉਹਨਾਂ ਨੂੰ ਸਮਝਦਿਆਂ ਹੋਇਆਂ ਇਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਹੈ ਔਰ ਹਾਲਾਤ ਨੂੰ ਦੋਨੋਂ ਪਾਸਿਓਂ ਚੰਗੇ ਸੰਬੰਧ ਅੱਗੇ ਰਹਿਣ ਉਸ ਤਰ੍ਹਾਂ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਵੀ ਪਰਸਪੈਕਟਿਵ ਹੈਗਾ ਇੱਕ, ਇਹ ਵੀ ਚਰਚਾਵਾਂ ਨੇ ਕਿ ਵੈਸਟ ਨਹੀਂ ਚਾਹੁੰਦਾ ਕਿ ਪੀਐਮ ਮੋਦੀ ਜੋ 2024 ਦੇ ਵਿੱਚ ਰਿਪੀਟ ਕਰਨ, ਜਾਂ ਕਹਿ ਲਓ ਕਿ ਬੀਜੇਪੀ ਜਿਹੜੀ ਹੈਗੀ ਉਹ ਰਿਪੀਟ ਕਰੇ। ਤਾਂ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਕੋਈ ਵੈਸਟ ਦੀ ਵੀ ਦਖਲਅੰਦਾਜ਼ੀ ਹੋ ਸਕਦੀ? ਦੇਖੋ ਹਰ ਤਰ੍ਹਾਂ ਦੇ, ਦੇਖੋ ਇੱਦਾਂ ਹੁੰਦਾ, ਪ੍ਰੋਫਿਟਸ ਆਫ ਡੂਮ, ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰਨ ਵਾਲੇ। ਮੇਰਾ ਆਪਣਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਸੁਧਰਨਗੇ। ਔਰ ਦੇਖੋ ਪ੍ਰਾਈਮ ਮਿਨਿਸਟਰ ਤੋਂ ਸਾਰੇ ਲੋਕ ਖੁਸ਼ ਨਹੀਂ ਨੇ। ਈਵਨ ਜੇਕਰ ਬੜੇ ਲੋਕਾਂ ਦਾ ਵੱਸ ਚੱਲੇ ਤੇ ਉਹ ਉਹਨਾਂ ਦੇ ਪੋਲੀਟੀਕਲੀ ਖਿਲਾਫ ਚੱਲ ਰਹੇ ਨੇ। ਤੁਸੀਂ ਕਿਉਂ ਬੜੀ ਕੋਸ਼ਿਸ਼ ਕੀਤੀ ਗਈ ਬੀਜੇਪੀ ਨੂੰ ਪਾਵਰ ਚੋਂ ਕੱਢਣ ਦੀ, ਪਰ ਹਰ ਵਾਰੀ ਹਰ ਇਲੈਕਸ਼ਨ 'ਚ ਉਹ ਅੱਗੇ ਨਾਲੋਂ ਜ਼ਿਆਦਾ ਤਾਕਤਵਰ ਹੋ ਕੇ ਸਾਹਮਣੇ ਆਈ। ਤੇ ਹੁਣ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੋਸ਼ਿਸ਼ ਕਰ ਰਹੀਆਂ ਤੇ ਉਹਦੇ ਵਿੱਚ ਹਰ ਪਾਰਟੀ ਨੇ ਹਰ ਚੀਜ਼ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨੀ ਹੈ ਔਰ ਉਹਦੇ 'ਚ ਐਕਿਊਜ਼ਿੰਗ ਫਿੰਗਰ। ਹਾਲਾਂਕਿ ਮੇਰਾ ਨਹੀਂ ਖਿਆਲ ਕਿ ਸੈਂਟਰਲ ਗੌਰਮੈਂਟ ਦੇ ਉੱਤੇ ਇਹਦੇ 'ਤੇ ਕੋਈ ਉਹ ਕਰਨਾ ਚਾਹੀਦਾ। ਦੀ ਗੱਲ ਆਈ ਹੈ ਤਾਂ ਮੈਨੂੰ ਲੱਗਦਾ ਕਿ ਦੇਸ਼ ਦੇ ਨਾਲ ਤਾਂ ਖੜਨਗੇ, ਪਰ ਕਿਤੇ ਨਾ ਕਿਤੇ ਜੋ ਕਾਂਗਰਸ ਦੇ ਇਲਜ਼ਾਮ ਹੁੰਦੇ ਨੇ, ਉਹ ਕਹਿੰਦੇ ਨੇ ਕਿ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਬੀਜੇਪੀ ਵਾਲੇ ਹਮੇਸ਼ਾ, ਔਰ ਉਸੇ ਤਰੀਕੇ ਨਾਲ ਇਸ ਇਲੈਕਸ਼ਨਸ ਦੇ ਚਲਦਿਆਂ ਹੋਇਆ ਵੀ ਇਹ ਇਸ਼ੂ ਲਿਆ ਕੇ ਪੋਲਰਾਈਜ਼। ਇੱਦਾਂ ਹੈ, ਉਹ ਦੁਸ਼ਮਣ ਬਾਤ ਕਰੇ ਅਨਹੋਣੀ, ਤੇ ਉਹ ਦੁਸ਼ਮਣ ਨੇ ਤੇ ਅਨਹੋਣੀ ਗੱਲ ਕਰਨੀ ਹੈ। ਉਹ ਉਹਨਾਂ ਨੂੰ देखिए वो हम तो कहते हैं, ट्रूडो ने भी ये कह दिया है, बट दैट डजंट कट एनी आइस। देखो डेमोक्रेसी ਦੇ ਅੰਦਰ ਤੁਸੀਂ ਦੇਖਣਾ ਕੀ ਹੈ, ਸਰਕਾਰ ਦੀ ਜਿਹੜੀ ਵਰਕਸ਼ੀਟ ਹੈ, ਤੁਸੀਂ ਪਿਛਲੇ ਜੇ ਤੁਸੀਂ 2 ਮਹੀਨੇ ਦਾ ਹੀ ਦੇਖ ਲਓ ਤੇ ਚੰਦਰਯਾਨ ਤੁਸੀਂ ਦੇਖੋਗੇ ਉਹ ਚੰਗੀ ਚੀਜ਼ ਰਹੀ ਹੈ। ਉਸ ਤੋਂ ਬਾਅਦ G20 ਹੋਈ ਹੈ ਤੁਹਾਡੇ ਮੁਲਕ ਦੇ ਵਿੱਚ, ਇੱਕੋ ਟਾਈਮ ਦੇ ਉੱਤੇ ਵਰਲਡ ਦੇ ਵੱਡੇ ਲੀਡਰ ਜਿਹੜੇ ਨੇ ਉਹ ਆਏ ਨੇ ਔਰ ਬੜਾ ਅੱਛਾ ਕੰਡਕਟ ਹੋਇਆ। ਔਰ ਤੁਹਾਡਾ ਕੰਟਰੀ ਜਿਹੜਾ ਹੈ ਉਹ ਇੱਕ ਅੱਛੀ ਕਮਾਂਡਿੰਗ ਪੋਜੀਸ਼ਨ ਦੇ ਵਿੱਚੋਂ ਥਰਡ ਵਰਲਡ ਕੰਟਰੀਜ਼ ਤੋਂ ਨਿਕਲ ਕੇ ਵੱਡੇ ਤੋਂ ਵੱਡੀਆਂ ਪਾਵਰਸ ਦੇ ਨਾਲ ਉਹਨਾਂ ਨੇ ਸ਼ੋਲਡਰ ਰਬ ਕੀਤੇ ਹੈ, ਨਾਲ ਕੰਮ ਕੀਤਾ ਔਰ ਆਪਣਾ ਲੋਹਾ ਮਨਵਾਇਆ। ਐਵਰੀਬਡੀ ਹੈਜ਼ ਸੈਡ ਕਿ they have appreciated very well done India। ਅੱਛਾ ਹੁਣ ਈਵਨ ਅੱਜ ਕੱਲ੍ਹ ਚੱਲ ਰਹੀ ਹੈ ਗੱਲ ਵਿਮਨ ਰਿਜ਼ਰਵੇਸ਼ਨ। ਅੱਛਾ ਹੁਣ ਸਾਰੇ ਬਹੁਤ ਲੋਕ ਕਰਨਗੇ ਕਿ ਹਮਨੇ ਵੀ ਕੀਤਾ ਥਾ। ਬਈ ਹੂ ਪ੍ਰੀਵੈਂਟਡ ਯੂ ਫਰੋਮ ਇੰਪਲੀਮੈਂਟਿੰਗ ਇਟ? ਤੁਸੀਂ ਹਾਫ ਹਾਰਟਡ ਸ਼ੁਰੂ ਕੀਤਾ, ਤੁਹਾਡੇ ਕੁਝ ਅਲਾਈਜ਼ ਨੇ ਕਿਹਾ ਜੀ ਇਹ ਨਹੀਂ ਹੋਣਾ ਚਾਹੀਏ, ਤੁਸੀਂ ਉੱਥੇ ਰੁਕ ਗਏ। ਹੁਣ ਤੁਸੀਂ ਉਹਦਾ ਕ੍ਰੈਡਿਟ ਵੀ ਲੈਣਾ ਚਾਹੁੰਦੇ ਹੋ भाई हमने शुरू किया था, आइडिया हमने दिया था तो इम्प्लीमेंट क्यों नहीं किया? मैं ਕੈਨੇਡਾ ਔਰ ਇੰਡੀਆ ਵਾਲੇ ਟੌਪਿਕ 'ਤੇ ਦੁਬਾਰਾ ਫਿਰ ਵਾਪਸ ਆਉਂਦਾ। ਔਰ ਇੱਕ ਚੀਜ਼ ਕਿਉਂਕਿ ਬਹੁਤੇ ਲੋਕਾਂ ਦੇ ਧਿਆਨ ਦੇ ਵਿੱਚ ਇਹ ਚੀਜ਼ਾਂ ਸ਼ਾਇਦ ਨਹੀਂ ਹੁੰਦੀਆਂ, ਜਾਂ ਉਹਨਾਂ ਨੂੰ ਇਸ ਇਸ਼ੂਜ਼ ਬਾਰੇ ਨਹੀਂ ਪਤਾ ਹੁੰਦਾ ਕਿ ਬਹੁਤੇ ਦੇ ਧਿਆਨ 'ਚ ਤਾਂ ਇਹੀ ਹੋਊਗਾ ਕਿ ਜੇ ਫੋਰਨ ਦੇ ਵਿੱਚ ਸਾਡੇ ਡਿਪਲੋਮੈਟਸ ਹੈ ਜਾਂ ਸਾਡੇ ਉੱਥੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ IFS ਆਫਿਸਰਸ ਹੀ ਹੁੰਦੇ ਨੇ। ਬਟ ਕਿਵੇਂ ਇੱਕ IPS ਆਫਿਸਰ ਉੱਥੇ ਡਿਪਿਊਟ ਹੋਇਆ, ਇਹ ਲੋਕਾਂ
ਨੂੰ ਜ਼ਰੂਰ ਦੱਸਿਆ ਜਾਵੇ, ਕਿਉਂਕਿ ਜੁਆਇੰਟ ਆਪਰੇਸ਼ਨਸ ਦੇ ਵਿੱਚ ਤਾਂ ਭੇਜ ਦਿੱਤਾ ਜਾਂਦਾ ਹੈ। ਤਾਂ ਪਵਨ ਕੁਮਾਰ ਰਾਏ ਉਹਨਾਂ ਨੂੰ ਆਈਪੀਐਸ ਨੂੰ ਕਿਵੇਂ ਉੱਥੇ ਉਹ ਡੈਪੂਟੇਸ਼ਨ ਤੇ ਤਾਂ ਸੈਂਟਰ ਤੇ ਗਏ ਹੋਏ ਸੀ, ਔਰ ਕਿਵੇਂ ਉਹ ਕੈਨੇਡਾ ਗਏ? ਨਹੀਂ, ਇਹ ਕਦੇ ਵੀ ਜਿਹੜਾ ਹੈ ਨਾ, ਡੋਂਟ ਰੀਡ ਇਟ ਐਜ਼ ਐਨ ਆਈਸੋਲੇਟਡ ਕੇਸ। ਬਹੁਤ ਸਾਰੀਆਂ ਸਰਵਿਸਿਜ਼ ਦੇ, ਕਈ ਸੈਂਟਰਲ ਸਰਵਿਸਿਜ਼ ਦੇ ਆਫਿਸਰਸ ਵੀ ਜਿਹੜੇ ਨੇ ਉਹ ਉਹਦੇ ਅੰਦਰ ਜਿਹੜੀਆਂ ਫੋਰਨ ਸਰਵਿਸ ਦੇ ਨਾਲ ਜਾਂਦੇ ਨੇ ਬਾਹਰ, ਐਂਡ ਹੀ ਇਜ਼ ਨਾਟ ਦ ਓਨਲੀ ਪਰਸਨ। ਤੁਸੀਂ ਆਈ ਨੋ ਐਟਲੀਸਟ 10 ਅਦਰਸ ਹੂ ਹੈਵ ਗੋਨ ਲਾਈਕ ਦਿਸ, ਵੀ ਜਿਹੜੇ ਸਰਵਿਸ ਦੇ ਵਿੱਚ ਜਾ ਕੇ ਵੱਖਰੇ ਮੁਲਕਾਂ ਦੇ ਵਿੱਚ ਕੰਮ ਕਰਦੇ, ਐਂਡ ਦੇ ਵਰਕ ਫॉर ਟ੍ਰੇਡ ਐਂਡ ਅਦਰ। ਉਹ ਤੁਸੀਂ ਜਨਰਲੀ ਇੱਕ ਜਿਹੜਾ ਸਿਵਲ ਸਰਵੈਂਟ ਹੈਗਾ, ਉਹ ਸਿਰਫ ਇੱਕੋ ਕੰਮ ਨਾ ਕਰਦਾ ਹੋਇਆ ਬਹੁਤ ਸਾਰਿਆਂ ਨੂੰ, ਜਦੋਂ ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਡੈਪੂਟੇਸ਼ਨ 'ਤੇ ਜਾਂਦੇ ਹੋ ਤੇ ਤੁਹਾਨੂੰ ਵੱਖਰੇ ਵੱਖਰੇ ਕੰਮ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਤੇ the idea is to train you to do besides policing or besides railways or besides accounting, ਤੁਸੀਂ ਹੋਰ ਵੀ ਤਰ੍ਹਾਂ ਦੇ ਕੰਮ, ਐਡਮਿਨਿਸਟ੍ਰੇਟਿਵ, ਟ੍ਰੇਡਿੰਗ, ਕਾਮਰਸ, ਨੈਗੋਸੀਏਸ਼ਨਸ, ਉਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਵੀ ਤੁਹਾਨੂੰ ਟ੍ਰੇਨ ਕੀਤਾ ਜਾਏ। ਤੋ ਡੋਂਟ ਰੀਡ ਟੂ ਮਚ ਇਨ ਦ ਅਪੁਆਇੰਟਮੈਂਟ ਆਫ ਅ ਪੁਲਿਸ ਆਫਿਸਰ। ਇੱਥੇ ਜੋ ਤੁਹਾਡੇ ਨਾਲ ਉਹਨਾਂ ਨੇ ਕੰਮ ਕੀਤਾ, ਤਾਂ ਉਰੇ ਕਿਵੇਂ ਦੀ ਉਹਨਾਂ ਦੀ ਵਰਕਿੰਗ ਸੀਗੀ? ਕੋਈ ਬਹੁਤ ਅਪਰਾਈਟ ਆਫਿਸਰ ਸੀ, ਆਪਣੇ ਕੰਮ ਦੇ ਵਿੱਚ ਬੜਾ ਅੱਛਾ ਸੀ, ਔਰ ਕਿਸੇ ਵੀ ਤਰ੍ਹਾਂ ਦੀ ਉਹਦੇ 'ਤੇ ਉਂਗਲ ਨਹੀਂ ਉਠਾਈ ਜਾ ਸਕਦੀ। ਵੈਰੀ ਗੁੱਡ ਆਫਿਸਰ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਤਾਂ ਸਿੱਧੇ ਤੌਰ ਦੇ ਉੱਤੇ ਹੀ ਕਹਿਣਾ ਨਾ ਕਿ ਇੰਟੈਲੀਜੈਂਸੀਆਂ ਦਾ ਕੰਮ ਹੈ, ਔਰ ਇੰਟੈਲੀਜੈਂਸ ਦੇ ਉੱਤੇ ਤੌਰ ਦੇ ਉੱਤੇ ਜੋ ਪਵਨ ਕੁਮਾਰ ਰਾਏ ਨੇ ਉਹ ਕਹਿੰਦੇ ਕੰਮ ਕਰ ਰਹੇ। ਦੇਖੋ ਕਿ ਆਪਾਂ ਦੇਖੋ, ਜੇ ਤੁਹਾਡੇ ਮੁਲਕ ਦੇ ਅੰਦਰ ਮਰਡਰ ਹੋਇਆ, ਤੁਹਾਡੀ ਪੁਲਿਸ ਦਾ ਕੰਮ ਉਹ ਲੱਭਣਾ ਹੈ। ਤੁਸੀਂ ਯੂ ਕਾਂਟ ਇਸ਼ੂ ਵੇਗ ਸਟੇਟਮੈਂਟਸ ਐਂਡ ਡਾਈਵਰਟ ਅਟੈਂਸ਼ਨ ਆਫ ਪੀਪਲ। ਦੇਖੋ, ਜੇਕਰ ਜੋ ਕੁਝ ਵੀ ਕੀਤਾ ਗਿਆ ਸਹੀ ਨਹੀਂ ਹੈ, ਤੇ ਪਰ ਕੈਨੇਡਾ ਨੂੰ ਆਪਣੇ ਅੰਦਰ ਇਲਾਕੇ 'ਚ ਹੋਏ ਮਰਡਰ ਲੱਭਣ ਦੀ ਜ਼ਿੰਮੇਵਾਰੀ ਹੈ, ਤੇ ਉਹਨਾਂ ਨੂੰ ਕੌਣ ਰੋਕ ਰਿਹਾ? ਇੰਡੀਅਨ ਏਜੰਸੀਜ਼ ਉਹਨਾਂ ਨੂੰ ਰੋਕ ਥੋੜੀ ਰਹੀਆਂ ਕਿ ਭਾਈ ਇਹ ਮਰਡਰ, ਕਤਲ ਤੁਸੀਂ ਲੱਭਣਾ ਨਹੀਂ। ਤੁਸੀਂ they have every right to find out that who's the culprit। 3 ਮਹੀਨੇ ਤੋਂ ਲੱਭਿਆ ਨਹੀਂ ਹੈ, ਕਿਉਂ ਨਹੀਂ ਲੱਭਿਆ? ਇਹ ਹੁਣ ਇੰਡੀਆ ਨੇ ਥੋੜ੍ਹੀ ਦੱਸਣਾ। ਇਹ ਤਾਂ ਤੁਹਾਡੇ ਅੰਦਰ, ਕੰਟਰੀ ਦੇ ਅੰਦਰ ਕੋਈ ਝਗੜੇ ਚੱਲ ਰਹੇ ਨੇ। ਗੋ ਥਰੂ ਦ ਮੂਵਮੈਂਟ, ਸਟੱਡੀ ਦੇ ਰਾਈਵਲਰੀਜ਼, ਗਰੁੱਪ ਕਿੰਨੇ ਨੇ, ਕੀ ਦੁਸ਼ਮਣੀ ਦਾ ਲੈਵਲ ਹੈ, ਔਰ ਕਿਸ ਤਰ੍ਹਾਂ ਇਹ ਕੰਮ ਹੋਇਆ ਹੋਏਗਾ। 3 ਮਹੀਨੇ ਹੋ ਗਏ, ਹੁਣ ਤੱਕ ਲੱਭ ਨਹੀਂ ਸਕੇ। ਜੇ ਸਮਾਂ ਪਾਪਾ ਇਸ ਨੂੰ ਕਰਨਾ ਹੋਵੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਜੇ ਟਾਈਮ ਦੇਣਾ ਚਾਹੀਦਾ ਇਸ ਇਸ਼ੂ ਨੂੰ, ਔਰ ਦੇਖਣਾ ਹੋਊਗਾ ਕਿ ਆਪਸ ਦੇ ਵਿੱਚ ਕਦੋਂ ਇਹ ਜਿਹੜੀ ਕੁੜੱਤਣ ਆਈ ਹੈ ਰਿਸ਼ਤਿਆਂ ਦੇ ਵਿੱਚ, ਇਹ ਕਦੋਂ ਬਦਲੇ, ਔਰ ਕਿਵੇਂ ਆਪਸ ਦੇ ਵਿੱਚ ਦੋਵੇਂ ਰਿਸ਼ਤੇ ਦੋ ਮੁਲਕਾਂ ਦੇ ਸਹੀ ਹੋਣ? ਮੈਨੂੰ ਇਹ ਲੱਗਦਾ ਕਿ ਜਿਵੇਂ ਜਿਵੇਂ ਕੈਨੇਡਾ ਦੀ ਇਲੈਕਸ਼ਨ ਨੇੜੇ ਆਏਗੀ, ਔਰ ਜਸਟਿਨ ਟਰੂਡੋ ਜਿਹੜਾ ਅੱਜ ਉਹਨਾਂ ਉੱਤੇ ਪੋਲੀਟੀਕਲ ਪ੍ਰੈਸ਼ਰ ਹੈਗਾ, ਬਿਕੋਜ਼ ਉਹਨਾਂ ਕੋਲ ਮੈਜੋਰਿਟੀ ਨਹੀਂ ਹੈ, ਹੋ ਸਕਦਾ ਜਦੋਂ ਪ੍ਰੈਸ਼ਰ ਘਟੇਗਾ ਤੇ ਜਿਹੜੀ ਉਹਨਾਂ ਨੇ ਇੱਕ ਗਲਤ ਸਟੈਂਡ ਲੈ ਲਿਆ, ਮੇਰਾ ਖਿਆਲ ਉਹਨਾਂ ਨੂੰ ਪਿੱਛੇ ਹਟਣ ਦਾ ਮੌਕਾ ਵੀ ਮਿਲੇਗਾ, ਔਰ ਜਿਹੜੇ ਪੁਰਾਣੇ ਸੰਬੰਧ ਸੀ ਉਹਦੀ ਸੁਧਰਨ ਦੀ ਉਮੀਦ ਰੱਖਣੀ ਚਾਹੀਦੀ ਹੈ ਸਾਨੂੰ। ਬਹੁਤ ਧੰਨਵਾਦ ਸਰ ਗੱਲਬਾਤ ਦੇ ਲਈ। ਤਾਂ ਫਾਰਮਰ ਡੀਜੀਪੀ ਐਸਐਸ ਵਿਰਕ ਗੱਲਬਾਤ ਕਰ ਰਹੇ ਸੀ, ਔਰ ਕਹਿ ਰਹੇ ਸੀ ਕਿ ਅਜੇ ਥੋੜ੍ਹਾ ਵੇਟ ਕਰਨਾ ਚਾਹੀਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪੁਰਾਣੇ ਸੰਬੰਧ ਰਹੇ ਨੇ ਕੈਨੇਡਾ ਔਰ ਭਾਰਤ ਦੇ, ਇੰਡੀਆ ਦੇ, ਤਾਂ ਉਸ ਤੋਂ ਇੱਦਾਂ ਹੀ ਜਾਪਦਾ ਹੈ ਕਿ ਜਿਵੇਂ ਜਿਵੇਂ ਟਾਈਮ ਬੀਤੂਗਾ ਤਾਂ ਇਸ ਦੇ ਉੱਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਵੀ ਘਟਦੀ ਹੋਈ ਨਜ਼ਰ ਆਉਣਗੀਆਂ, ਔਰ ਜੋ ਬਿਆਨ ਦਿੱਤਾ ਗਿਆ ਹੈ ਉਸ ਤੋਂ ਵੀ ਸ਼ਾਇਦ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਸ ਨੂੰ ਜ਼ਰੂਰ ਦੁਬਾਰਾ ਇੱਕ ਵਾਰ ਸੋਚਿਆ ਜਾਵੇਗਾ, ਉਸ ਦੇ ਉੱਤੇ ਵਿਚਾਰ ਕੀਤਾ ਜਾਵੇਗਾ। ਕੈਮਰਾ ਪਰਸਨ ਵਿਕਰਮ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।